Hello students, I'm Hardesh from the Vaser Consultants. Yes, ਜਿਹੜਾ ਤੁਸੀਂ ਹੈਡਿੰਗ ਪੜਿਆ ਹੈ ਕਿ 5 ਤੋਂ 7 ਬੈਂਡ 25 ਤੋਂ 30 ਦਿਨਾਂ ਵਿੱਚ ਆ ਸਕਦੇ ਹਨ। ਯੈਸ, ਆ ਸਕਦੇ ਹਨ। ਮੇਰੇ ਕਹਿਣ ਦਾ ਮਤਲਬ ਹੈ ਕਿ ਹਰ ਸਟੂਡੈਂਟ ਜਿਹੜਾ ਹੈ ਉਹ 5 ਬੈਂਡ ਤੋਂ 7 ਬੈਂਡ ਦੀ ਤੱਕ ਪਹੁੰਚ ਸਕਦਾ ਹੈ ਅਗਰ ਉਹ ਕੁਝ ਟੈਕਨੀਕਸ ਫੋਲੋ ਕਰੇ। ਇਹ ਟੈਕਨੀਕਸ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਵੀਡੀਓਜ਼ ਸ਼ੇਅਰ ਕਰਨਾ ਚਾਹੁੰਦਾ ਹਾਂ ਜਿਹੜੇ ਬੱਚਿਆਂ ਨੇ ਇਹ ਟੈਕਨੀਕਸ ਫੋਲੋ ਕਰਕੇ ਆਰਾਮ ਦੇ ਨਾਲ 7 ਬੈਂਡ ਲਏ ਨੇ। ਮੈਂ ਕੁਝ ਵੀਡੀਓਜ਼ ਤੁਹਾਡੇ ਨਾਲ ਉਹਦੀਆਂ ਸ਼ੇਅਰ ਕਰਾਂਗਾ, ਸੁਣੋ ਉਹਨਾਂ ਨੂੰ। Tips and tricks provided by the Vaser staff is unmatchable, which helped me get 8 bands in reading and also listening. Thank you. So listening is the major section of the IELTS exam. So if you want to score 8.5 like me in listening, you can go for the Vaser Consultants. My name is Dipanshu and I have recently completed my IELTS exam and I have got 7 bands in listening, which is only possible due to the effective coaching and tips of the Vaser. And I suggest you to at least visit the Vaser for your IELTS coaching, and as it is the best coaching institute I have ever visited. If you want to clear IELTS in first attempt, Vaser is the best place. I am overwhelmed with the Vaser coaching for IELTS. The staff is very motivating and inspiring. They encourage me to gain very good marks in my IELTS and so that I can go abroad for further studies. If you want to clear IELTS in first attempt, the Vaser is the best place. Try at least once. I got 8.5 bands in listening. 7 band easy is not really easy, but yes, with the Vaser it became true. I'm very grateful to them that I achieved my desired band score. Thank you. Hi, my name is Manika and I got 7.5 band in listening, and this is all because of the Vaser Consultants, and I recommend all my students to come and make their future bright. Thank you. 8.5 bands are not easy, but I got 8.5 in listening, and all thanks to the Vaser Consultants because I got 8.5 and 7.5 overall. My experience with Vaser was very good because I got 7 bands in my writing exam, as I expected only 6 bands because in the starting my exam was not so much good and my writing skills were not so much perfect, but the Vaser helped me to achieve my goal. ਸੋ ਸਟੂਡੈਂਟਸ, ਫਸਟ ਟੈਕਨੀਕ ਹੈ ਗ੍ਰਾਮੈਟੀਕਲ ਸਕਿੱਲਸ ਐਂਡ ਵੋਕੈਬਲਰੀ। ਆਈਐਲਟਸ ਦੇ ਵਿੱਚ ਗ੍ਰਾਮੈਟੀਕਲ ਸਕਿੱਲਸ ਤੇ ਵੋਕੈਬਲਰੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਜਦੋਂ ਤੁਸੀਂ ਆਈਐਲਟਸ ਦੀ ਪ੍ਰੈਪਰੇਸ਼ਨ ਸਟਾਰਟ ਕਰਦੇ ਹੋ ਤੇ ਤੁਹਾਨੂੰ ਆਈਐਲਟਸ ਦੀ ਪ੍ਰੈਪਰੇਸ਼ਨ ਜਿਹੜੀ ਰੈਗੂਲਰ ਜੋ ਰੂਟੀਨ ਵਰਕ ਕਰ ਰਹੇ ਹੋ ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ ਦੇ ਨਾਲ ਐਡੀਸ਼ਨਲਸ ਜਿਹੜੇ ਨੇ ਉਹ ਤੁਸੀਂ ਆਪਣੀ ਗ੍ਰਾਮੈਟੀਕਲ ਸਕਿੱਲਸ ਇੰਪਰੂਵ ਕਰੋ, ਕਿਉਂਕਿ ਗ੍ਰਾਮੈਟੀਕਲ ਸਕਿੱਲਸ ਦੇ ਵਿੱਚ ਤੁਹਾਡਾ ਸੈਂਟੈਂਸ ਸਟਰਕਚਰ, ਚਾਹੇ ਤੁਸੀਂ ਸਪੀਕਿੰਗ ਕਰ ਰਹੇ ਹੋ ਚਾਹੇ ਤੁਸੀਂ ਉਹ ਰਾਈਟਿੰਗ ਕਰ ਰਹੇ ਹੋ, ਔਰ ਉਹਦੇ ਇਲਾਵਾ ਤੁਸੀਂ ਲਿਸਨਿੰਗ ਰੀਡਿੰਗ ਵੀ ਜੋ ਕਰ ਰਹੇ ਹੋ, ਜੇ ਆਨਸਰ ਟ੍ਰਾਂਸਫਰ ਕਰਨ ਹੁੰਦੇ ਆ, ਜੇ ਤੁਸੀਂ ਲਿਸਨ ਦੀ ਬਜਾਏ ਲਿਸਨਿੰਗ ਲਿਖ ਦਿੱਤਾ, ਜੇ ਰੀਡ ਦੀ ਬਜਾਏ ਰੀਡਿੰਗ ਲਿਖ ਦਿੱਤਾ, ਰੀਡਿੰਗ ਦੀ ਬਜਾਏ ਰੀਡ ਲਿਖ ਦਿੱਤਾ, ਤੇ ਦੈਟ ਵਿਲ ਗਿਵ ਯੂ ਰੋਂਗ ਕ੍ਰੈਡਿਟ। ਸੋ ਤੁਸੀਂ ਗ੍ਰਾਮੈਟੀਕਲ ਸਕਿੱਲਸ ਕਿ ਕਿੱਥੇ ਰੀਡ ਲੱਗਣਾ ਹੈ, ਕਿੱਥੇ ਰੀਡਿੰਗ ਲੱਗਣਾ ਹੈ, ਕਿੱਥੇ ਲਿਸਨ ਲੱਗਣਾ ਹੈ, ਕਿੱਥੇ ਲਿਸਨ ਟੂ ਲੱਗਣਾ ਹੈ, ਕਿੱਥੇ ਲਿਸਨਿੰਗ ਲੱਗਣਾ ਹੈ। ਸੋ ਯੂ ਮਸਟ ਸਪੈਸੀਫਾਈ, ਯੂ ਮਸਟ ਲਰਨ ਦੀਜ਼ ਥਿੰਗਸ। ਸੋ ਪਹਿਲੀ ਗੱਲ ਤੇ ਇਹ ਹੈ। ਦੂਸਰਾ ਹੈ ਕਿ ਲਿਸਨ ਟੂ BBC ਨਿਊਜ਼। ਨਾਰਮਲੀ ਜਿਹੜਾ ਅਸੀਂ ਲਿਸਨਿੰਗ ਦੇ ਵਿੱਚ ਦੇਖਦੇ ਹਾਂ ਕਿ ਬੱਚਿਆਂ ਨੂੰ ਕਈ ਵਾਰੀ ਐਕਸੈਂਟ ਹੀ ਸਮਝ ਨਹੀਂ ਆਉਂਦਾ, ਔਰ ਕਈ ਵਾਰੀ ਫੋਰਥ ਸੈਕਸ਼ਨ ਜਿਹੜਾ ਹੈ ਉਹਦੇ ਵਿੱਚ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਅੰਡਰਸਟੈਂਡ ਕਰਨ ਦੇ ਵਿੱਚ। ਸੋ ਸਾਡੇ ਬੱਚੇ ਜਿਹੜੇ, ਇੱਕ ਬੱਚਾ ਸੀਗਾ ਸਾਡਾ, ਹੀ ਵਾਜ਼ ਨਾਟ ਐਕਸੀਡਿੰਗ 6 ਬੈਂਡਸ ਇਨ ਲਿਸਨਿੰਗ। ਅਸੀਂ ਉਹਨੂੰ ਇਹ ਟੈਕਨੀਕ ਦੱਸੀ ਕਿ ਬੇਟਾ ਤੁਸੀਂ BBC ਨਿਊਜ਼ ਜਿਹੜੀਆਂ ਡੇਲੀ ਸੁਣੋ, ਔਰ ਉਹ ਬੱਚੇ ਨੇ ਦੱਸਿਆ ਸਾਨੂੰ ਕਿ ਸਰ ਜੀ ਮੈਂ 3 ਵਾਰੀ 10-10 ਮਿੰਟ ਡੇਲੀ ਰੂਟੀਨ ਦੇ ਨਾਲ ਨਿਊਜ਼ ਸੁਣੀ ਹੈ, ਐਂਡ ਯੂ ਵਿਲ ਬੀ ਹੈਪੀ ਟੂ ਨੋ ਦੈਟ ਹੀ ਗੋਟ 9 ਬੈਂਡਸ ਇਨ ਦਾ ਫਾਈਨਲ ਲਿਸਨਿੰਗ ਐਗਜ਼ਾਮ ਬਾਈ ਜਸਟ ਯੂਜ਼ਿੰਗ ਦਿਸ ਟੈਕਨੀਕ। ਕਿਉਂਕਿ ਜ਼ਿਆਦਾ ਜਿਹੜਾ ਐਕਸੈਂਟ ਆਉਂਦਾ ਹੈ ਲਿਸਨਿੰਗ ਦੇ ਵਿੱਚ ਉਹ ਬ੍ਰਿਟਿਸ਼ ਐਕਸੈਂਟ ਆਉਂਦਾ ਹੈ, ਔਰ BBC ਨਿਊਜ਼ ਦੇ ਵਿੱਚ ਜਿੰਨੇ ਵੀ ਨਿਊਜ਼ ਐਂਕਰਸ ਨੇ ਦੇ ਯੂਜ਼ ਬ੍ਰਿਟਿਸ਼ ਐਕਸੈਂਟ। ਸੋ ਦੈਟ ਵਿਲ ਰੀਅਲੀ ਹੈਲਪ ਯੂ ਇਨ ਸਕੋਰਿੰਗ ਬੈਟਰ ਇਨ ਲਿਸਨਿੰਗ। ਥਰਡ ਜਿਹੜੀ ਟੈਕਨੀਕ ਹੈ ਉਹ ਨਿਊਜ਼ਪੇਪਰ ਰੀਡਿੰਗ ਹੈ, ਜਿਹੜੀ ਨਾਰਮਲੀ ਬੱਚੇ ਜਿਹੜੇ ਨੇ ਉਹ ਰੀਡਿੰਗ ਦੇ ਵਿੱਚ ਮਾਰ ਖਾਂਦੇ ਨੇ, ਕਿਉਂਕਿ ਰੀਡਿੰਗ ਦੇ ਵਿੱਚ 2-3 ਦਿੱਕਤਾਂ ਆਉਂਦੀਆਂ ਨੇ। ਪਹਿਲੀ ਗੱਲ ਤੇ ਇਹ ਹੈ ਕਿ ਰੀਡਿੰਗ ਦੇ ਵਿੱਚ ਤੁਸੀਂ 60 ਮਿੰਟਸ ਦੇ ਵਿੱਚ 40 ਕੁਐਸਚਨਸ ਕਰਨੇ ਨੇ। ਜਦੋਂ ਤੁਸੀਂ ਆਨਸਰਸ ਨਵੀਂ ਰੀਡਿੰਗ ਸ਼ੁਰੂ ਕਰਦੇ ਹੋ ਤੇ ਬੱਚੇ ਮਹਿਸੂਸ ਕਰਦੇ ਨੇ ਕਿ 60 ਮਿੰਟ ਦੇ ਵਿੱਚ ਮਸਾਂ ਹੀ 20 ਜਾਂ 25 ਕੁਐਸਚਨਸ ਕਰ ਪਾਉਂਦੇ ਨੇ, 2 ਪੈਸੇਜ ਤੋਂ ਜ਼ਿਆਦਾ ਐਕਸੀਡ ਨਹੀਂ ਕਰ ਪਾਉਂਦੇ, ਔਰ ਉਹਦੇ ਬਾਅਦ ਉਹਦੇ 25 ਜਿਹੜੇ ਕੁਐਸਚਨ ਕੀਤੇ ਹੁੰਦੇ ਉਹਨਾਂ ਵਿੱਚੋਂ ਵੀ ਅੱਧੇ ਗਲਤ ਹੁੰਦੇ ਨੇ। ਉਹਦਾ ਰੀਜ਼ਨ ਕੀ ਹੈ ਕਿ ਸਾਡੀ ਰੀਡਿੰਗ ਹੈਬਿਟ ਨਹੀਂ ਹੈ। ਸੋ ਤੁਸੀਂ ਘਰੇ ਇੰਗਲਿਸ਼ ਨਿਊਜ਼ਪੇਪਰ ਲਗਵਾਓ, ਐਂਡ ਇਟਸ ਬੈਟਰ ਕਿ ਤੁਸੀਂ ਟ੍ਰਿਬਿਊਨ ਦੀ ਬਜਾਏ ਜਾਂ ਹਿੰਦੁਸਤਾਨ ਟਾਈਮਸ ਜਾਂ ਟਾਈਮਸ ਆਫ ਇੰਡੀਆ ਅੱਛਾ ਨਿਊਜ਼ਪੇਪਰ ਲਵਾਓ, ਔਰ ਉਹਦੇ ਵਿੱਚ ਵੀ ਅੱਗੇ ਮਿਡ ਦੇ ਵਿੱਚ ਦੇਖੋ ਕਿ ਇੱਕ ਆਰਟੀਕਲ ਸੈਕਸ਼ਨ ਹੁੰਦਾ ਹੈ,
ਉਸ ਆਰਟੀਕਲ ਸੈਕਸ਼ਨ ਨੂੰ ਪੜੋ, ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ, ਔਰ ਤੁਹਾਨੂੰ ਡਿਫਿਕਲਟ ਵਰਡ ਮਿਲਣਗੇ, ਉਹ ਡਿਫਿਕਲਟ ਵਰਡ ਨੂੰ ਜੋਟ ਡਾਊਨ ਕਰੋ, ਲਿਖੋ, ਉਹਨਾਂ ਦੇ ਮੀਨਿੰਗ ਲਿਖੋ, ਉਹਨਾਂ ਦੇ ਸਿਨੋਨਿਮਸ ਲਿਖੋ, ਉਹਨਾਂ ਦੇ ਐਂਟੋਨਿਮਸ ਲਿਖੋ, ਐਂਡ ਦੈਨ ਯੂ ਵਿਲ ਡਿਵੈਲਪ ਯੂਰ ਰੀਡਿੰਗ ਹੈਬਿਟ। ਤੁਹਾਨੂੰ ਜਿਹੜਾ ਰੀਡਿੰਗ ਹੈ ਉਹ ਕਰਨ ਦੇ ਵਿੱਚ ਹੈਲਪ ਹੋਏਗਾ, ਔਰ ਇਹਦੇ ਨਾਲ ਨਾਲ ਤੁਹਾਡੀ ਜਿਹੜੀ ਵੋਕੈਬਲਰੀ ਇੰਪਰੂਵ ਹੋਏਗੀ, ਔਰ ਸਪੀਕਿੰਗ ਤੇ ਰਾਈਟਿੰਗ ਦੇ ਵਿੱਚ ਵੋਕੈਬਲਰੀ ਤੁਸੀਂ ਅੱਛੀ ਐਡ ਕਰ ਪਾਓਗੇ, ਉਹਦੇ ਨਾਲ ਆਈਲਟਸ ਸਕੋਰ ਜਿਹੜਾ ਹੈ ਉਹ ਇੰਪਰੂਵ ਹੋਏਗਾ। ਅਗਲੀ ਜਿਹੜੀ ਹੈਬਿਟ ਹੈ ਉਹ ਹੈ ਹੈਬਿਟ ਆਫ ਟਾਕਿੰਗ ਇਨ ਇੰਗਲਿਸ਼। ਅਸੀਂ ਅਗਰ ਆਪਾਂ ਡੇਲੀ ਲਾਈਫ ਦੀ ਗੱਲ ਕਰੀਏ, ਸਪੈਸ਼ਲੀ ਮੈਂ ਪੰਜਾਬ ਦੀ ਗੱਲ ਕਰਾਂ, ਤੇ ਬੱਚੇ ਹਿੰਦੀ ਜਾਂ ਪੰਜਾਬੀ ਦੇ ਵਿੱਚ ਜ਼ਿਆਦਾ ਗੱਲ ਕਰਦੇ ਨੇ। ਇੰਗਲਿਸ਼ ਦੇ ਵਿੱਚ ਕਮਿਊਨੀਕੇਸ਼ਨ ਹੈ ਪਰ ਬਹੁਤ ਘੱਟ ਹੈ, ਲੋੜ ਪੈਣ ਤੇ ਅਸੀਂ ਕਰਦੇ ਹਾਂ। ਬਟ ਇੱਕ ਹੈਬਿਟ ਡਿਵੈਲਪ ਕਰ ਲਓ ਕਿ ਤੁਸੀਂ 30 to 40 ਮਿੰਟਸ ਇੰਗਲਿਸ਼ ਦੇ ਵਿੱਚ ਗੱਲ ਕਰਨੀ ਹੈ। ਇੱਕ ਮੇਰਾ ਕੋਈ ਬੱਚਾ ਆਇਆ, ਕਹਿੰਦਾ ਸਰ ਮੈਂ ਪਿੰਡ ਰਹਿਣਾ, ਸਾਡੇ ਤੇ ਇੰਗਲਿਸ਼ ਬੋਲਦਾ ਹੀ ਕੋਈ ਨਹੀਂ, ਤੇ ਮੈਂ ਕਿਹਦੇ ਨਾਲ ਇੰਗਲਿਸ਼ ਬੋਲਾਂ? ਮੈਂ ਤੁਹਾਡੇ ਕੋਲ ਇੱਥੇ ਸਪੀਕਿੰਗ ਕਰ ਜਾਣਾ। ਸਾਡੇ ਦਵੇਸਰ ਦੇ ਵਿੱਚ ਅਸੀਂ ਅਨਲਿਮਿਟਿਡ ਸਪੀਕਿੰਗ ਸੈਸ਼ਨਸ ਜਿਹੜੇ ਨੇ ਉਹ ਬੱਚਿਆਂ ਨੂੰ ਦਿੰਦੇ ਆ। ਸੋ ਸਾਡੇ ਕੋਲ 2, 4, 5 ਸਪੀਕਿੰਗ ਤੁਸੀਂ ਕਰ ਸਕਦੇ ਹੋ। ਉਸ ਤੋਂ ਇਲਾਵਾ ਜਦੋਂ ਘਰ ਜਾਂਦੇ ਹੋ, ਉਹਦਾ ਇੱਕ ਬੜਾ ਅੱਛਾ ਆਈਡੀਆ ਹੈ ਕਿ ਤੁਸੀਂ ਦੇਖੋਗੇ ਟੋਲ ਫ੍ਰੀ ਨੰਬਰ ਨੇ, ਹੈਲਪਲਾਈਨ ਨੰਬਰਸ ਨੇ, ਉਹਨਾਂ ਜੋ ਅਸੀਂ ਕਸਟਮਰ ਕੇਅਰ ਤੇ ਕਾਲ ਕਰਦੇ ਹਾਂ ਤਾਂ ਉੱਥੇ ਆਪਸ਼ਨ ਹੁੰਦੀ ਹੈ ਕਿ ਯੂ ਵਾਂਟ ਟੂ ਟਾਕ ਇਨ ਇੰਗਲਿਸ਼, ਇਨ ਹਿੰਦੀ, ਇਨ ਪੰਜਾਬੀ। ਸੋ ਇਟਸ ਬੈਟਰ ਯੂ ਆਪਟ ਫॉर ਇੰਗਲਿਸ਼। ਤੁਸੀਂ ਇੰਗਲਿਸ਼ ਦੀ ਆਪਸ਼ਨ ਲਓਗੇ, ਉੱਥੇ ਇੰਗਲਿਸ਼ ਦੇ ਵਿੱਚ ਆਪਣਾ ਪੁਆਇੰਟ ਦੱਸੋ, ਉਹਨਾਂ ਦਾ ਪੁਆਇੰਟ ਸੁਣੋ, ਆਪਣਾ ਕੁਐਰੀਜ਼ ਦੱਸੋ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਇੰਗਲਿਸ਼ ਜਿਹੜੀ ਸਪੋਕਨ ਇੰਗਲਿਸ਼ ਇੰਪਰੂਵ ਹੋਏਗੀ, ਔਰ ਤੁਸੀਂ ਉਹਦੇ ਸਪੀਕਿੰਗ ਦੇ ਵਿੱਚ ਅੱਛਾ ਪਰਫਾਰਮ ਕਰ ਪਾਓਗੇ। ਕਿਉਂਕਿ ਕਿਊ ਕਾਰਡ ਹੁੰਦਾ ਹੈ, ਜਿਹੜੇ ਬਿਗਨਿੰਗ ਦੇ ਇੰਟਰੋਡਕਸ਼ਨ ਕੁਐਸਚਨ ਹੁੰਦੇ ਨੇ, ਫਾਲੋਅਪ ਕੁਐਸਚਨ ਹੁੰਦੇ ਨੇ। ਅਗਰ ਤੁਹਾਡੀ ਇੰਗਲਿਸ਼ ਦੇ ਵਿੱਚ ਬੋਲਣ ਦੀ ਪ੍ਰੈਕਟਿਸ ਅੱਛੀ ਹੈ, ਤੁਹਾਡਾ ਝਾਕਾ ਨਹੀਂ ਹੈ, ਤੁਹਾਡਾ ਕੌਨਫੀਡੈਂਸ ਲੈਵਲ ਹੈ, ਤਾਂ ਯੂ ਵਿਲ ਬੀ ਏਬਲ ਟੂ ਪਰਫਾਰਮ ਵੈਰੀ ਨਾਈਸਲੀ। ਔਰ ਲਾਸਟ ਟਿਪ, 5ਵੀਂ ਟਿਪ ਦੀ ਤੁਹਾਨੂੰ ਮੈਂ ਸ਼ੇਅਰ ਕਰਨਾ ਚਾਹੂੰਗਾ, ਉਹ ਹੈ ਕਿ ਤੁਸੀਂ ਅਗਰ 25 ਤੋਂ 30 ਦਿਨਾਂ ਦੇ ਵਿੱਚ ਤੁਸੀਂ 5 ਤੋਂ ਆਪਣੇ ਬੈਂਡ 7 ਤੱਕ ਲੈ ਕੇ ਜਾਣਾ ਚਾਹੁੰਦੇ ਹੋ, ਤੇ ਯੂ ਮਸਟ ਗਿਵ ਡੈਡੀਕੇਟਡ ਟਾਈਮ ਆਫ 8 ਆਵਰਸ ਅ ਡੇ ਫॉर ਆਇਲਸ ਟ੍ਰੇਨਿੰਗ। 4, 5, 6 ਘੰਟੇ ਜਿਹੜੇ ਵੀ ਤੁਸੀਂ ਸੈਂਟਰ ਤੇ ਲਗਾਉਂਦੇ ਹੋ ਉੱਥੇ ਲਗਾਓ। ਉਸ ਤੋਂ ਬਾਅਦ 2 ਤੋਂ 3 ਘੰਟੇ ਘਰ ਜਾ ਕੇ ਡੈਡੀਕੇਟਡ ਜ਼ਰੂਰ ਦਿਓ, ਕਿਉਂਕਿ ਇਹ ਬੜਾ ਫੁੱਲ ਟਾਈਮ ਕੋਰਸ ਹੈ। ਡੋਂਟ ਟੇਕ ਇਟ ਪਾਰਟ ਟਾਈਮ। ਹਾਂ, ਕੁਝ ਬੱਚੇ ਨੇ ਜਿਵੇਂ ਸਾਡੇ ਕੋਲ CBSE ਦੇ ਆਉਂਦੇ ਨੇ, ਉਹ ਜਾਂ ICSE ਦੇ ਬੱਚੇ ਆਉਂਦੇ ਨੇ, ਉਹ ਥੋੜਾ ਸਮਾਂ ਲਾਉਂਦੇ ਨੇ ਤੇ ਉਹ ਕਰ ਜਾਂਦੇ ਆ, ਕਿਉਂਕਿ ਉਹਨਾਂ ਦਾ ਬੇਸ ਜਿਹੜਾ ਹੈ ਉਹ ਬੜਾ ਅੱਛਾ ਡਿਵੈਲਪ ਹੋ ਜਾਂਦਾ ਹੈ। ਜਿਹੜੀ ਕੰਪਰੀਹੈਂਸ਼ਨਸ ਨੇ, ਰੀਡਿੰਗ ਹੈ, ਰਾਈਟਿੰਗ ਹੈ, ਲਿਸਨਿੰਗ, ਸਪੀਕਿੰਗ, ਉਹਨਾਂ ਦੀਆਂ ਛੋਟੀਆਂ ਕਲਾਸਾਂ ਵਿੱਚ ਉਹਨਾਂ ਬੜੇ ਅੱਛੇ ਤਰੀਕੇ ਨਾਲ ਕੀਤੀ ਹੁੰਦੀ ਹੈ। ਪਰ ਕੁਝ CBSE ਦੇ ਬੱਚੇ ਵੀ ਔਰ ਕੁਝ ਹੋਰ ਬੱਚੇ ਵੀ ਮੈਂ ਦੇਖਦਾ ਹਾਂ ਜਿਨ੍ਹਾਂ ਦੀ ਇੰਨੀ ਜ਼ਿਆਦਾ ਪ੍ਰੈਕਟਿਸ ਨਹੀਂ ਹੁੰਦੀ। ਸੋ ਤੁਹਾਨੂੰ ਲੋੜ ਹੈ ਕਿ ਜਿਹੜਾ ਮਹੀਨਾ ਤੁਸੀਂ ਆਇਲਟਸ ਕਰਨਾ ਹੈ ਜਾਂ 2 ਮਹੀਨੇ ਆਇਲਟਸ ਕਰਨਾ ਹੈ, ਉਹਨੂੰ ਡੈਡੀਕੇਟਡ 8 to 10 ਆਵਰਸ ਜ਼ਰੂਰ ਕਰ ਦਿਓ। ਔਰ ਅਗਰ ਤੁਸੀਂ ਇਹ 5 ਟੈਕਨੀਕਸ ਫੋਲੋ ਕਰਦੇ ਹੋ, ਆਈ ਅਸ਼ੋਰ ਯੂ that you can definitely achieve your required score। ਮੈਂ ਇਹ ਗੱਲਾਂ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਿ ਰਿਹਾ, ਇਹ ਗੱਲਾਂ ਉਹ ਨੇ, ਇਹ ਟਿਪਸ ਉਹ ਨੇ ਜਿਹੜੀ ਅਸੀਂ ਆਪਣੇ ਬੱਚਿਆਂ ਨਾਲ ਪ੍ਰੈਕਟਿਸ ਕੀਤੀ ਹੈ, ਜਿਨ੍ਹਾਂ ਦੀ ਔਰ ਸਾਡੇ ਬੱਚਿਆਂ ਨੇ ਆਰਾਮ ਦੇ ਨਾਲ 5 to 7 ਬੈਂਡਸ ਲੈ ਕੇ ਗਏ ਨੇ। ਰਾਤ ਇੱਕ ਬੱਚਾ ਸੀਗਾ, ਉਹਦੇ 5.5 ਤੋਂ ਉੱਪਰ ਨਹੀਂ ਸੀ ਜਾ ਰਿਹਾ, ਔਰ ਉਹਨੇ ਟੈਕਨੀਕਸ ਫੋਲੋ ਕੀਤੀਆਂ ਕਰੀਬਨ 25 ਤੋਂ 30 ਦਿਨ, ਐਂਡ ਹੀ ਸਕੋਰਡ 7.5 ਬੈਂਡਸ ਇਨ ਦਾ ਫਾਈਨਲ ਸਕੋਰ। ਮਹਿਕਪ੍ਰੀਤ ਸਿੰਘ ਬੱਚਾ ਨਾਂ ਸੀਗਾ। ਸੋ ਸਟੂਡੈਂਟਸ, you can follow these techniques and you can surely get your required score. Thank you very much.